ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਗ ਸਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਪਾਣੀ ਭਗਤਾਂ ਕੀ ਤਰਲੋਚਨ ਇਕ ਓੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦ ਸਕਾਏ ਭੁਲੀ ਗਵਾਰੀ। ਸੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਨਾਰਾਇਣ ਨਿੰਦ ਸਕਾਏ ਭੁਲੀ ਗਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਜਾਂ ਸਤਿਕਾਰ ਦੇ ਨਾਲ ਸ਼ਹੀਦਾਂ ਦੇ ਇਸ ਪਵਿੱਤਰ ਸਥਾਨ ਤੇ ਹਾਜ਼ਰੀ ਪਾਉਂਦਿਆਂ ਹੋਇਆਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਨਨ ਬੁਝੀ ਸੀਤਲ ਹੋਈ ਮਨੁਆ ਸਤਿਗੁਰ ਕੈ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਸ਼ਹੀਦਾਂ ਦੇ ਇਸ ਪਵਿੱਤਰ ਸਥਾਨ ਤੇ ਦਸਵੀਂ ਦਾ ਪਵਿੱਤਰ ਦਿਹਾੜਾ ਜੋ ਸ਼ਹੀਦਾਂ ਦੀ ਪਾਵਨ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ।
ਕਈ ਵਾਰ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਉਤਪੰਨ ਹੁੰਦਾ ਹੈ ਕਿ ਜੋ ਦਸਵੀਂ ਹੈ ਇਸ ਦਾ ਕੀ ਭਾਵ ਹੈ। ਦਸਵੀਂ ਦਾ ਦਿਹਾੜਾ ਹੀ ਕਿਉਂ ਸ਼ਹੀਦਾਂ ਦੇ ਅਸਥਾਨ ਤੇ ਮਨਾਇਆ ਜਾਂਦਾ ਹੈ। ਇਸ ਬਾਬਤ ਇੰਜ ਬੇਨਤੀ ਹੈ। ਅਸਲ ਦੇ ਵਿੱਚ ਲੁਧਿਆਣੇ ਤੋਂ ਜਦ ਆਪਾਂ ਜਲੰਧਰ ਵਾਲੀ ਸਾਈਡ ਜਾਂਦੇ ਹਾਂ, ਜਲੰਧਰ ਅੰਮ੍ਰਿਤਸਰ ਸਾਹਿਬ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਦਸਵੀਂ ਬਾਬਤ ਸੰਗਤਾਂ ਨੂੰ ਘੱਟ ਹੀ ਪਤਾ ਹੋਵੇਗਾ। ਉਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਮੱਸਿਆ, ਪੂਰਨਮਾਸ਼ੀ, ਸੰਗਰਾਂਦ ਆਦਿਕ ਦਿਨ ਦਿਹਾੜ ਮਨਾਏ ਜਾਂਦੇ ਨੇ। ਸੰਗਰਾਂਦ ਬਾਬਤ 12 ਮਾਹ ਜੋ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੇ ਨੇ ਉਹਨਾਂ ਤੋਂ ਭਾਵ ਲਿਆ ਜਾਂਦਾ ਹੈ। 12 ਮਾਹ ਦੀ ਕਥਾ ਹੁੰਦੀ ਹੈ। ਜਿਹੜੀ ਪੂਰਨਮਾਸ਼ੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ। ਕੱਤੇ ਦੀ ਪੁੰਨਿਆਂ ਨੂੰ ਪੁਰਾਤਨ ਤੋਂ ਪਿੰਡਾਂ ਦੇ ਵਿੱਚ ਰਾਤ ਦੇ 12 ਵਜੇ ਤੱਕ ਪੁੰਨਿਆਂ ਦਾ ਦੀਵਾਨ ਸਜਾਉਂਦੇ। ਕਿਉਂ ਪੂਰਨਮਾਸ਼ੀ ਤੋਂ ਤਾਂ ਇਹ ਭਾਵ ਲਿਆ ਜਾਂਦਾ ਹੈ ਜੋ ਮੱਸਿਆ ਹੈ, ਜਿਸ ਦਿਨ ਹਨੇਰ ਪੱਖ ਸੰਪੂਰਨ ਹੁੰਦਾ ਹੈ। ਕਿਉਂਕਿ 15 ਦਿਨ ਦਾ ਹਨੇਰ ਪੱਖ ਹੈ, 15 ਦਿਨ ਦਾ ਚਾਨਣ ਪੱਖ ਹੈ। ਜਦ ਹਨੇਰ ਪੱਖ ਦਾ 15ਵਾਂ ਦਿਨ ਸੰਪੂਰਨ ਹੁੰਦਾ ਹੈ ਤਾਂ ਹਨੇਰ ਪੱਖ ਦੇ 15ਵੇਂ ਰਾਤ ਨੂੰ ਅਮਾਵਸ ਦੀ ਰਾਤ ਬੋਲਦੇ ਹਨ। ਇਹਨਾਂ ਦਾ ਗੁਰੂ ਘਰ ਦੇ ਨਾਲ ਤਾਂ ਵੈਸੇ ਕੋਈ ਸੰਬੰਧ ਨਹੀਂ ਹੈ, ਪਰ ਕਿਉਂਕਿ ਲੋਕ ਰਹਿੰਦੇ ਤਾਂ ਹਿੰਦੁਸਤਾਨ ਦੇ ਵਿੱਚ ਹੀ ਨੇ, ਇਸ ਲਈ ਪੁਰਾਤਨ ਰਿਸ਼ੀਆਂ ਮੁਨੀਆਂ ਹਿੰਦੂ ਮਤ ਮੁਤਾਬਕ ਆਮ ਲੋਕ ਗੁਰੂ ਸਾਹਿਬਾਂ ਦੇ ਵੇਲੇ ਵੀ ਤਰਵੇਣੀ ਆਦਿਕ ਜਾਂ ਗੰਗਾ ਆਦਿਕ ਜਾਂ ਹੋਰ ਤੀਰਥ ਇਸ਼ਨਾਨਾਂ ਤੇ ਜਾਂਦੇ ਹੁੰਦੇ। ਇਹ ਮੱਸਿਆ ਦਾ ਇਸ਼ਨਾਨ ਬਹੁਤ ਮਹੱਤਵ ਰੱਖਦਾ। ਸੋਮਵਤੀ ਮੱਸਿਆ ਨੂੰ ਬੜੀ ਤਰਜੀਹ ਦਿੰਦੇ ਨੇ। ਜਦੋਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੋਵਰ ਬਣਾਏ, ਗੁਰਦੁਆਰੇ ਸਾਹਿਬਾਨ ਬਣਾਏ, ਖਾਸ ਕਰਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ, ਉੱਥੇ ਹਮੇਸ਼ਾ ਹੀ ਕੁੰਭ ਦਾ ਮੇਲਾ ਲਾ ਦਿੱਤਾ। ਬੇਅੰਤ ਕੋੜੀਆਂ ਦੇ ਕੋੜ ਦੂਰ ਕੀਤੇ। ਆਖਿਆ ਭਾਈ ਜਦੋਂ ਮੱਸਿਆ ਵੀ ਆਵੇ ਤਾਂ ਵੀ ਇੱਥੇ ਹੀ ਆਓ, ਗੁਰੂ ਘਰ ਹੀ। ਤੋ ਜਿਹੜੀਆਂ ਸੰਗਤਾਂ ਹਰਿਮੰਦਰ ਸਾਹਿਬ ਦੇ ਨਜ਼ਦੀਕ ਨੇ ਉਹ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀਆਂ। ਜੋ ਤਰਨਤਾਰਨ ਸਾਹਿਬ ਦੇ ਆਸ-ਪਾਸ ਦੀਆਂ ਸੰਗਤਾਂ ਉੱਥੇ ਖਾਸ ਕਰ ਮੱਸਿਆ ਨੂੰ ਜੋੜ ਮੇਲਾ ਹੁੰਦਾ, ਦੀਵਾਨ ਸੱਜਦੇ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਗੁਰੂ ਘਰ ਦੇ ਵਿੱਚ ਸਾਰੇ ਦਿਨ ਸਾਰੇ ਪੁਰਬ ਸ਼ੋਭਨੀਕ ਨੇ। ਜਦ ਇਸ਼ਨਾਨ ਪਾਨ ਕਥਾ ਕੀਰਤਨ ਦੀ ਪ੍ਰਾਪਤੀ ਹੋਵੇ ਤਾਂ ਮੱਸਿਆ ਤੋਂ ਅਗਲੇ ਦਿਨ ਚਾਨਣ ਪੱਖ ਸ਼ੁਰੂ ਹੁੰਦਾ ਹੈ। ਏਕਮ ਦੂਜ ਤੀਜ। ਕਈ ਗੁਰੂ ਘਰਾਂ ਦੇ ਵਿੱਚ ਦੂਜ ਦਾ ਦੀਵਾਨ ਵੀ ਸਜਾਉਂਦੇ ਨੇ। ਚਾਨਣ ਪੱਖ ਦੀ 2 ਤਰੀਕ ਮੈਨੂੰ ਯਾਦ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਐਨ ਵਿਚਕਾਰ ਸ਼ਕਤੀ ਨਗਰ ਦੇ ਲੂਣ ਮੰਡੀ ਚੌਂਕ ਦੇ ਪਾਸ
किला भंगिया का गुरुद्वारा बिल्कुल चौक के विच। उत्थे दूज की रात को रात के 12 बजे तक गुरमत दीवान सजदे, कड़ा प्रसाद पंगड़ियां प्रसाद आदि संगत लिया के वरतौंदियां, कथा कीर्तन हुंदा, बहुत रस बजदा। भावें कि दूज तीज या दसवीं आदि या मसीहा का कोई गुरु घर नाल संबंध नहीं, ते पर जे लोग पुरातन धारणा के मुताबिक होरना पासे दौड़ते, हिंदू मत मुताबिक तीर्थ इशनाना के या होरना पासे अनुमतियां को, यदि बजाय गुरु घर आने का तो कोई हर्ज नहीं। भावें संग्राम में आओ, भावें अमावस में आओ, भावें पूर्णमाशी में आओ। इतने अपने कोल ही गुरुद्वारा लंबिया साहब, इतने भी दूज का दीवान सजदा। फिर चानन पक्ष की जिहड़ी 10वीं तारीख है वो अज की है। लुधियाने तो इस साइड पटियाले वाली साइड, इधर चंडीगढ़ वाली साइड, लुधियाने तो पूरा जलंधर वाले पासे तो 10वीं का आम लोगों को घट ही पता है, पर लुधियाने तो इधरली साइड गुरमुख प्यारे सिख संगत गुरु घर की नेमी प्रेमी शहीदों की पवित्र याद के 10वीं का दिहाड़ा मनाते हैं। ये शहीदों का दिन संगतां ने नियत किया हुआ है। इस दिन शहीदों के नाम से कड़ा प्रसाद किया जाता और भेंटावां अर्पण करके उन्होंने मत्था टेकिया जाता है। की कारण है तुसी दसो? क्योंकि हरेक गल पिछे कोई ना कोई लॉजिक होता है। जलंधर जिले के विच बुढ़ा भावें शराब पी के भी मरिया होवे, उन्होंने भी ओदी भी कबर या समाध बना के उत्ते उहदा नाम लिख देना, ये साडे बाबे ने, उन्होंने कहते हैं जठेरे। थां थां से तुसीं जलंधर जिले च पढ़िया हो, फलानी गोद के जठेरे, फलानी गोद के जठेरे। साडे जठेरे कौन हैं? साडी तां कोई जात नहीं, कोई साडी बात नहीं, कोई साडी गोद नहीं है। एक धर्म सिखी धर्म है। जो गुरु नानक साहब की सिखी है, वह धर्म है प्रभु का नाम जपना ते जपाउणा। साडे जठेरे कौन ने? हर जेठ जुड़न दा लोड़ी है, जिस अगे सब निवन, सब तो वड्डा जेठ वड्डे नूं कहंदे ने, वो है परमात्मा अकाल पुरख वाहिगुरु। उस तो बाद वाहिगुरु जी दे सरगुण स्वरूप 10 पातशाहियां साडे जठेरे ने। इन्हां नूं मत्था टेकण वास्ते लोग अपने जठेरियां दे, कोई ब्याह होवे, शादी होवे, पहला मुंडे की कुड़ी नूं, ब्याह वाले जोड़े नूं जठेरियां दे मत्था टेकाउणे जांदे हन। चलो जी बाबे ने मत्था टेकिया कि मिठे चौलों की देग देनी, ये आदत। हुण साडे तां जठेरे ही कोई नहीं, ना आपां किसे नूं मनदे हां। कबर मड़ी ते समाध ते मत्था टेकना सानू पसंद ही नहीं है। साडा जेठ है गुरु ग्रंथ साहिब जी, साडा जेठ है वाहिगुरु, साडा जेठ है साडे जठेरे ने 10 पातशाहियां। जो भी होना है गुरु जी के चरणों में होना है। इस तो बाद जिन्हां ने गुरुआं पीरां की इस पावन धरती वास्ते या अपने धर्म की आन शान को कायम रखने वास्ते इस हिंदुस्तान की धरती की आज़ादी की खातर ये केसरी निशान साहब झंडा झुलदा रहे, निशान गुरु के कायम रहे, चोल के निशान रहे पंत महाराज के। इस करके खास करके इस पंजाब की धरती से चप्पा चप्पा जिहड़ी जगह है शहीदों के खून के नाल सिंजी हुई है। उन्होंने कुर्बानियां कीतियां ने,
वो साडे जठेरे ने। साडा फर्ज बनता है कि शहीदां जठेरियां नूं याद करना। और मड़ी ते आपां मत्था टेकना नहीं, ना समाज ते नक रगड़ना। तो जेड़े गुरमत के अनुसार गुरु की आन शान नूं बरकरार रखदियां होया संगत की चढ़ती कला वास्ते फोन डोल के गए ने, उन्हां दे अस्थानां ते थड़ा साहब बना के पहले इत्थे भी समाध सीगी बाबे हनुमान साहब की वड्डी समाध। सिंघां ने आख्या नहीं भाई प्यारिओ नगर निवासियों थड़ा साहब बनना चाहिए। उधर अजे भी समाधां ने और टेबल रख के गुरु साहब जी का प्रकाश किया हुआ है। पर इतनी लंबी लड़ी चल रही है जी, अज अखंड पाठ बुक कराओ तो 12-13 साल बाद तुहानूं फोन आएगा कि तुहाडी वारी आ गई। ये कोई हर्ज वाली गल नहीं। उन्होंने पावन स्थान दे गुरु साहब का प्रकाश है। हर शहीदों की चिताओं पे लगेंगे हर बरस मेले, वतन पर देश पर या धर्म पर मर मिटने वालों का यही बाकी निशान होगा। ये गल नूं झुठला दिता शहीदां ने, इस स्थान ने। इत्थे नीति मेले लगते हैं। हुणे हुणे अनाउंस होया है प्रधान जी वालों, प्रबंधकों वालों कि गौरमेंट का एक कानून है, लॉकडाउन चल रहा कि जिहड़ियां संगतां ने बहुत गिनती में एकत्र ना हो, पर करिए कि साडा दिल कटदा है। जिन्ना चिर मत्था ना टेक लो, मत्था टेक के जे घड़ी बैठ ना जाओ ना चिर जीओ ही ठिकाने नहीं आउंदा। घर का कटन खाण नूं पैंदा, कल्ला बंदा की करूगा? संगत वाले बंदे का घर जीओ ही नहीं लगता। कथा कीर्तन गुरु घर ही सुनांगे। इस वास्ते ये संगतां का प्यार है। और शहीदों के परोपकार को याद रखने का एक दिन नियत किया गया। किसी का कोई मर जाए माफ करना, रब ना करे। खुदा आप 10वें दिन भोग पाते हैं, 10वीं मनाते कि नहीं मनाते? दशहरा जिन्हों कहते हो 10वें दिन। और उस तो बाद साल बाद भोग पाईदा, फिर मुंडे कुड़ी का किसी का ब्याह करीदा। जे पहला करना होए तो 6 महीने तो बाद जो मर्जी तुम पा सकते हो। फिर हर साल बाद अपने बजुर्गों को तुम याद करते हो। कोई अपनी मां का भोग कमाता, कोई प्यो का, क्योंकि उन्होंने परोपकार साढ़े घर के बथेरे ने। वो सानू जमीन जायदाद बड़ी प्रॉपर्टी दे के गए हैं। तो जिन्होंने शहीदों की बदौलत एडियां वड्डियां कोठियां बना के असीं रह रहे हैं। चप्पा चप्पा दी उन्होंने खून डुलिया था ये धरती आजाद हुई। नहीं तो गोरे इतने शैतान सीगे, वो कितने भजते सी। इन्हां इनकलाबियां योधियां कुर्बानी वाले खाटकों की बदौलत ही हिंदुस्तान की धरती आजाद हुई है। भावें कि बाबे हनुमान सिंह जी की शहीदी तो बाद 100 साल बाद तक भी गोरे रहे, पर फिर भी इन्हां की कुर्बानी का ही असर सीगा। ये गोरियां नूं इंडिया छड़ के जुत्ती ला के भजना पिया। ये कोई आम इंसान नहीं सन। इसलिए अकाल तख्त साहब के जथेदार सन श्री बाबा अकाली फूला सिंह, जिन्हें महाराजा रणजीत सिंह की युद्ध के इन्नी मदद की। जमरौद के किले तक उन्होंने पंजाब दी हदां नूं विशाल बना दिता। उन्होंने शहीदी तो बाद बाबा जी जथेदार बने, बाबा हनुमान सिंह जी। और जो बुढ़ा दल का जथेदार सी वही अकाल तख्त का जथेदार होंदा। ये बुढ़ा दल के 7वें जथेदार हुए हैं। महाराणी जिंद कौर के राही जब बेनती आई श्री अकाल तख्त साहब के भी संगो राज गया जे डोगरिया ने बेच के खा लिया, जे बचदा ते बचा लो। महाराजा रणजीत सिंह साहब का कुड़म सीगा सरदार शाम सिंह अटारी, कबर नौ निहाल सिंह का सौरा, जिहदी सपुत्री कबर नौ निहाल सिंह के नाल विआही हुई सी। वो चिट्ठी लैके आया। जब बाबा जी को बेनती हुई तो बाबा जी ने सूरमिया समेत मुदकी दी इलाके चाले पा दिते। बड़ा घमसान का युद्ध होया, सिंह जंग जित गए। पर
माड़े लोगों की बदौलत एक कर्म घड़ी यानी कर्म सिंह पटियाले के महाराजे ने गोरिया आख्या ये तो भुखे नंगे लोग ने ये शहर इन्हों के फटे हुए ने किरपाना ने खुनिया इन्हों को डर कितों भज रहे आओ उन्हें हमला कराता गुरुद्वारा दूर निवारण पटियाला जिथे जोत जगती इस बोर्ड के नीचे पावन स्थान के निहंग सिंह की छाउनी सी काफ़ी निहंग सिंह काफ़ी फौजा सिख सूरमे मुदगी शहीद हुए जित्या जित्या जंग इन्होंने लोगों की बदौलत ये सिंह समझ लो हार गए चट्टियां की वार में लिखी है कि फौजा जित के अंत में हारिया ने पर जो बावा खड़िया ने करे वो हारिया नहीं होता इन्हें हार नहीं मनी उत्थे कमसान का युद्ध होया 35-40 हज़ार निहंग सिंह फौजा छाउनी के मारिया गई शहीद हुई गोलियां ने घेरा पा के बंब चलाए गोलियां चलाइया ये भजते बचाते निकलते बचते बचाते पटियाले में इधर कढ़ाउन वाली सैड उत्थे गोला लगा बाबा जी के पट में 90 साल की उम्र फिर सुहाने की जूह के इतने बच्चे भी सन बजुर्ग भी सन होर भी संगत होणगियां इतने उन्होंने दरख्तों की चढ़ी के सुहानी की जूह के ठिकाना किया दसन वालिया इतने भी सूह दे दी होगी इस की कहना क्योंकि इतिहास तो कितने भी लिखा नहीं मिलता जिन्हें लिखना सीगा उन्होंने बेचारियों का कर्म पढ़न का की रोटी नहीं सी मिलती प्रसादा पकना माल होया पिया सी कोई छत नहीं सी जंगलों च तंबुओं के रहीते तो इस वास्ते इतिहास साढ़ा लिखा नहीं गया ये बाबा जी का कितने इतिहास नहीं मिलता ना पंथ प्रकाश ना नानक प्रकाश पर साढ़े बजुर्गों दी शादियों के इतिहास लिखा हुआ है जिहड़ी गल कितने लिखत च नहीं आई वो साढ़े बजुर्गों को पूछो महापुरुष संत बाबा अजीत सिंह जी अंसाली वाले के बारे बारे जाइए उन्होंने नगर निवासियों को समझाया पहला समझते सी भी बंदे बहादुर के नाल दे सिंह शहीद हुए पर बाबा जी ने आख्या नहीं भाई ये बाबे हनुमान सिंह का स्थान है इस स्थान से तुसी गुरु घर बनाओ श्री अखंड पाठ साहब साढ़े पासों माया ती ला लो असी सहयोग दुनिया लड़ी चलाओ उन्होंने महापुरखों की बदौलत इतने श्री अखंड पाठ साहब की एक लड़ी प्रारंभ हुई ये हुण एक की बजाय वेखो 2 लड़ियां ने ते होर अखंड पाठ साहब प्रारंभ हुए ही रहते हैं 30 अखंड पाठ अपना 16 अखंड पाठों के विचों अद्धियां का भोग पींदा डेली अद्धियां का मध रखता है खनेर पक्ष की 10वीं नूं श्री गुरु नानक देव जी ज्योति जोत समाए सन ये चानन पक्ष की 10वीं का भी इतिहास है पर खास करके शहीदों के नाल संबंधित है जिहड़े पुरातन सिंह सीगे उन्होंने ये डिसीजन लिया मता पास किया सिंघा ने मता पास किया कि देखो किन्ने सिंह शहीद हो रहे हैं किन्नियां संगतां शहीद हो रही हैं तो इस वास्ते उन्होंने याद दे विच कोई दिन नियत किया जाए जिस करके सो हर महीने के महीने कोई अखंड पाठ साहिब पाठ होवे तो ये 10वीं का दिन जिन्ने भी सिंह शहीद हुए संगतां शहीद हुई इस देश कौम के धर्म की खातर उन्होंने समुचिया की याद ये 10वीं का दिन पुरातन सिंघा ने नियत किया जे कोई कहते भी लिखिया दिखाओ सारिया गल्लां लिखिया नहीं मिलदियां मैं पहला भी कहा तुहानूं ये बुजुर्गों दी छातियां ते लिखिया हुंदा अरदास कोई थोड़ी लिखी है गुरु ग्रंथ साहब जे तुसीं कहो भी अरदास कित्थों तुसीं करदे हो ये सारा कुछ सारिया संगतां दे विच सिंघां ने डिसीजन लिया मता पास किया होया ये नियत किया होया ये मन्निया गया भी आ साडी अरदास है इन्नी अरदास करनी पहली पौड़ी चंडी दीवार विचों लैके बाकी जिवें जिवें पैरे बनाए गए वो शहीदां दी याद दे विच जां कुर्बानी वालियां दी याद विच
गुरु ग्रंथ साहब के सन्मुख खड़ो के कहना कि फलानी का नाम ध्यान, फलानी का ध्यान धर के बोलो जी वाहिगुरु। कटियां जपियां तपियां बंद मत कटाए, बच्चों के टोटे टोटे करके गलों च हार पवाए, उन्होंने पुरातन के वर्तमान समय के समूह शहीदों की याद में बोलो जी वाहिगुरु। महाराज के सन्मुख खड़ो के प्रभु का नाम लैन जी की बजाय शहीदों का नाम लैना, उन्होंने नाम लिया जाता जिन्हें गुरु ग्रंथ साहब की आन शान ने खून डोलिया। जो तो प्रेम खेलन का चाओ, सिर धर तरी गली मेरी आओ, इत मार्ग पैर तरीजै, सिर दीजै कान न कीजै। सो महाराज साहब सच्चे पातशाह उन्होंने अदब सत्कार हित जिन्होंने कुर्बानी की है, उन्होंने ही अजायब घर के गुरु साहब के नज़दीक फोटो लगती है। कई प्रेमी फोटो की तर्क करते हैं, उन्होंने नाम तो तर्क करते हैं। तुसीं वेखो बाबे शहीदा अमृतसर साहब श्री गुरु ग्रंथ साहब के ऊपर बाबा दीप सिंह की लगी हुई है, फोटो वही लगती है जिन्हें कुछ कौम लिए किया है। इस स्थान दे भी बाबा जी की तस्वीर है, उन्हों का नाम जगह जगह पर लिखा हुआ, क्योंकि माँ के नाल ते पुत का भी नाम होंदा, पुत नाल नाम माँ का भी होंदा, आपसी माँ पुत का प्रेम है। गुरसिखा एको प्यार, गुरमिता पुत्तां भाइयां, गुरु दे सिखां दा मित्रां पुत्रां भाइयां दे विच आपसी प्रेम भाव है, जां गुरु दा गुरसिखां दे नाल ते पुत्रां दे नालों भी वध के प्रेम है। इसलिए आप हर रोज़ दी रोज़ इस स्थान के नतमस्तक हुंदे हो, और हर महीने 10वीं के पितर दिहाड़े ते नमस्कार करने लई पहुँचते हो। अज बहु गिनती विच संगतां हाज़री लवा रही ने। जो रहतनामे हैं उन्हां दे विच दर्ज किया गया है कि 10वीं आद गुरु दिन जेते, पुरब समान कहे हैं तेते। 10वीं आदक जिन्ने भी गुरुआं दे दिन ने ये सारे पुरब दे समान कहे ने। तिन में किश प्रसाद बनावे कर कड़ा, खालसे खुआवे कड़ा बनावन की विध सुन लीजै, तीन भाव को समसर कीजै, मांजन कर भांजन तो बीजै। ते इस तरीके दे नाल कहंदे 10वीं वाले दिन प्रसाद बनाओ, कुछ भेटा रख के मत्था टेको, गुरु साहब की कृपा होवे। बाणी दे विच भी दर्ज है 10वीं 10 द्वार बस कीने, ते इहों 10वीं 10 द्वार बस कीने। ते ये महाराज साहब सच्चे पातशाह जी ने बचन लिखे हैं। 10वीं दह दिस होए आनंद, छूटै परम मिलै गोबिंद, जोत स्वरूपी तत् अनूप अमल न मलन, शाह नहीं धूप। गुरु साहब की कृपा है। इन्हें लॉकडाउन दे विच भी प्रेमियां निमेनी नेमियां संगतां दे बहु गिनती विच दर्शन हो रहे हैं। गुरु घर विखे गुरुद्वारा सिंह शहीदां स्वाणा विखे आपनों जीव आया नमस्कार करो, गुरु साहब का जस सुनो ते बरकतां लैके अपने बच्चों तक घरां दे विच पहुँचाओ। गज के आखो सतनाम श्री वाहिगुरु जी। सतनाम श्री वाहिगुरु साहिब जीओ। धनासरी बाणी भगतां की तरलोचन। साध संगत जीओ, क्योंकि इस स्थान दे लड़ीवार कथा विचार इस टाइम ते डेली होंदी है। धनासरी रागनी दे विच लड़ीवार कथा विचार 695 अंग ते चल रही है। भगतां दी बाणी दे विच
ਵਿਚਾਰ ਪਹੁੰਚੀ ਹੈ। ਪਿੱਛੇ ਭਗਤ ਰਵਿਦਾਸ ਜੀ ਦੀ ਭਗਤ ਬਾਣੀ ਦੀ ਕਥਾ ਸੰਪੂਰਨ ਹੋਈ ਹੈ। ਹੁਣ ਭਗਤ ਲੋਚਨ ਜੀ ਦੀ ਉਚਾਰਨ ਕੀਤੀ ਬਾਣੀ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਕੱਲ੍ਹ ਦੇ ਦੀਵਾਨ ਦੇ ਵਿੱਚ ਬੜੇ ਵਿਸਥਾਰ ਪੂਰਵਕ ਆਪ ਜੀ ਨੂੰ ਸਰਵਣ ਕਰਵਾਇਆ ਸੀ ਕਿ ਭਗਤ ਲੋਚਨ ਜੀ ਨੂੰ ਭਗਤ ਨਾਮਦੇਵ ਜੀ ਦੇ ਚਰਨਾਂ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਨ ਤੋਂ ਪਰਮਾਤਮਾ ਦੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੋਏ। ਜਦ ਨੌਕਰ ਦੀ ਲੋੜ ਮਹਿਸੂਸ ਹੋਈ ਤਾਂ ਵਾਹਿਗੁਰੂ ਅੰਤਰਜਾਮੀ ਨਾਮ ਰਖਾ ਕੇ ਉਹਨਾਂ ਦੇ ਘਰ ਦੇ ਗੇਟ ਅੱਗੇ ਆਪ ਹੀ ਆ ਕੇ ਖੜੋ ਗਏ ਤੇ ਆਖਿਆ, ਮੇਰੀ ਨਿੰਦਿਆ ਨਹੀਂ ਕਰਨੀ, ਮੈਨੂੰ ਖਾਣ ਨੂੰ ਦੇਣਾ ਹੈ, ਜਿੰਨਾ ਦਿਓਗੇ ਉਹ ਇੱਕੋ ਵਾਰੀ ਮੈਂ ਲੈ ਕੇ ਸੰਤੋਖ ਰੱਖਾਂਗਾ। ਭਗਤਨੀ ਦੇ ਕੋਲੋਂ ਗਲਤੀ ਹੋਈ, ਨਿੰਦਿਆ ਵੀ ਕਰ ਬੈਠੀ ਕਿ ਰੱਜਦਾ ਨਹੀਂ ਹੈ, ਕਿਉਂਕਿ ਰੱਬ ਨੂੰ ਕੌਣ ਰਜਾ ਸਕਦਾ। ਤੇ ਇੰਜ ਵਾਹਿਗੁਰੂ ਜੀ ਨਾਰਾਜ਼ ਹੋਏ। 13 ਮਹੀਨੇ ਸੰਤਾਂ ਸੇਵਕਾਂ ਦੀ ਸੇਵਾ ਕਰਕੇ ਤੇ ਸਾਧ ਸੰਗਤ ਜੀ ਉਹ ਘਰ ਦੇ ਵਿੱਚੋਂ ਬਿਨਾਂ ਦੱਸਣ ਤੋਂ ਨਿੰਦਿਆ ਹੋਈ ਸੁਣੀ ਤੋਂ ਉੱਥੋਂ ਤੁਰ ਗਏ। ਬਾਅਦ ਦੇ ਵਿੱਚ ਲੱਭਦੇ ਰਹੇ, ਕਿਤੇ ਲੱਭੇ ਨਾ। ਫਿਰ ਪਤਾ ਚੱਲਿਆ ਕਿ ਇਹ ਤਾਂ ਅੰਤਰਜਾਮੀ ਵਾਹਿਗੁਰੂ ਹੀ ਸੀਗੇ, ਜਿਹੜੇ ਅੰਤਰਜਾਮੀ ਨਾਮ ਰਖਾ ਕੇ ਆਏ ਪਰਮਾਤਮਾ ਹੀ ਸੀ। ਤੋ ਇਸ ਵਾਸਤੇ ਵਾਹਿਗੁਰੂ ਤੋਂ ਬਗੈਰ ਕੌਣ ਹੋ ਸਕਦਾ। ਫਿਰ ਭਗਤਨੀ ਵੀ ਰੋਣ ਲੱਗ ਪਈ, ਕਿਉਂਕਿ ਬੱਚੇ ਸੀਗੇ, ਉਹ ਬੱਚੇ ਚੜ੍ਹਾਈ ਕਰ ਗਏ। ਕਈ ਕਹਿੰਦੇ ਔਲਾਦ ਹੈ ਹੀ ਨਹੀਂ ਸੀ, ਕਹਿੰਦੀ ਮੈਂ ਕੋਈ ਮੁੰਡਾ ਹੀ ਮੰਗ ਲੈਂਦੀ, ਭੁਜੰਗੀ ਦੀ ਦਾਤ ਉਹਨਾਂ ਕੋਲ ਲੈ ਲੈਂਦੇ, ਅਤੇ ਭਾਵੇਂ ਬਜ਼ੁਰਗ ਅਵਸਥਾ ਅਤੇ ਵਾਹਿਗੁਰੂ ਕੋਲੋਂ ਕੁਛ ਹੋਰ ਹੀ ਮੰਗ ਲੈਂਦੇ, ਪਤਾ ਹੀ ਨਹੀਂ ਲੱਗਾ। ਬੜੀ ਰੋਈ ਵਿਚਾਰੀ। ਅਤੇ ਭਗਤ ਜੀ ਨੇ ਆਖਿਆ ਕਿ ਹੇ ਭਗਤ ਨੇ, ਗਲਤੀ ਤਾਂ ਤੇਰੀ ਹੈ, ਤੈਨੂੰ ਮੈਂ ਕਿਹਾ ਸੀ, ਮਹਾਰਾਜ ਨੇ ਪਹਿਲਾਂ ਕਿਹਾ ਸੀ ਮੇਰੀ ਨਿੰਦਿਆ ਨਹੀਂ ਕਰਨੀ, ਤੂੰ ਗੁਆਂਢਣ ਕੋਲੋਂ ਕਿਉਂ ਨਿੰਦਿਆ ਕੀਤੀ। ਅਤੇ ਇਸ ਵਾਸਤੇ ਰੱਬ ਨੂੰ ਕੌਣ ਰਜਾ ਸਕਦਾ। ਚੱਲ ਕੋਈ ਨਹੀਂ, ਹੁਣ ਚੁੱਪ ਕਰ। ਜੋ ਆਪਣੇ ਕਰਮਾਂ 'ਚ ਵਾਹਿਗੁਰੂ ਨੇ ਲਿਖਿਆ ਸਾਨੂੰ ਮਿਲ ਰਿਹਾ ਹੈ, ਕਰਮਾਂ ਤੋਂ ਬਗੈਰ ਕੀ ਹੋ ਸਕਦਾ ਹੈ। ਬਾਕੀ ਮਹਾਰਾਜ ਨੇ ਪਹਿਲਾਂ ਹੀ ਦੱਸਿਆ ਸੀ, ਹੁਣ ਯਾਦ ਆਇਆ ਕਿ ਦਰਸ਼ਨ ਜ਼ਰੂਰ ਦਿਆਂਗੇ, ਪਰ ਤੁਹਾਨੂੰ ਪਤਾ ਨਹੀਂ ਲੱਗਣ ਦਿਆਂਗੇ। ਅਤੇ ਇਸ ਵਾਸਤੇ ਤੂੰ ਹੌਸਲਾ ਕਰ। ਆਪਣੀ ਇਸਤਰੀ ਦੇ ਪਰਤਾਏ ਇਹ ਭਾਵੇਂ ਸ਼ਬਦ ਉਚਾਰਿਆ ਹੈ, ਪਰ ਸਾਡੇ ਸਾਰਿਆਂ ਵਾਸਤੇ ਇਹ ਸਾਂਝਾ ਉਪਦੇਸ਼ ਹੈ। ਧਨਾਸਰੀ ਰਾਗਣੀ ਦੇ ਵਿੱਚ ਭਗਤਾਂ ਦੀ ਬਾਣੀ ਚੈਪਟਰ ਦੇ ਅੰਦਰ ਅਤੇ ਲੋਚਨ ਭਗਤ ਜੀ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਵਾ ਰਹੇ ਹਨ। ਅਤੇ ਗੁਰਮਤਿ ਅਨੁਸਾਰ ਸਭ ਤੋਂ ਪਹਿਲਾਂ ਮੰਗਲ ਕਰਦੇ ਨੇ। ਏਕ ਓੰਕਾਰ ਇੱਕ ਅਦਵੈਤ ਸਰੂਪ ਪਰਮੇਸ਼ਰ, ਸਜਾਤੀ ਮਜਾਤੀ ਸਵੈਗਤ ਭੇਦ ਜੋ ਰਹਿਤ ਹੈ, ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤ ਚਿਤ ਆਨੰਦ ਸਰੂਪ ਹੈ। ਗੁਰ ਸੋ ਗੁਰੂਆਂ ਦਾ ਗੁਰੂ ਹੈ, ਚੇਤਨ ਹੈ। ਪ੍ਰਸਾਦ ਸਾਰੇ ਸਵਾਦਾਂ ਤੋਂ ਪਰੇ ਹੈ। ਐਸੇ ਵਾਹਿਗੁਰੂ ਦੀ ਪ੍ਰਾਪਤੀ ਜੋ ਇੱਕ ਓੰਕਾਰ ਅਤੇ ਸਤ ਚਿਤ ਆਨੰਦ ਹੈ, ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਕਿਰਪਾ ਸਦਕਾ ਹੁੰਦੀ ਹੈ। ਜਾਂ ਇੱਕ ਓੰਕਾਰ ਹੀ ਸਾਡਾ ਸਤਿਗੁਰੂ ਹੈ ਅਤੇ ਇੱਕ ਓੰਕਾਰ ਸਤਿਗੁਰੂ ਦੀ ਹੀ ਸਾਡੇ ਉੱਪਰ ਕਿਰਪਾ ਬਖਸ਼ਿਸ਼ ਰਹਿਮਤ ਹੈ। ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਇਹ ਭੁੱਲੀ ਹੋਈ ਬੇਸਮਝ ਇਸਤਰੀਏ, ਤੂੰ ਪਰਮੇਸ਼ਰ ਦੀ ਕਾਹਦੇ ਵਾਸਤੇ ਨਿੰਦਿਆ ਕੀਤੀ ਹੈ। ਦੋ ਕ੍ਰਿਤਾ ਸੋ ਕ੍ਰਿਤਾ ਥਾਰੋ ਕਰਮ ਰੀ, ਰੀ ਹੈ ਇਸਤਰੀਏ ਸੋ ਕ੍ਰਿਤ ਸ੍ਰੇਸ਼ਟ ਕਰਮਾਂ ਕਰਕੇ ਪਰਮੇਸ਼ਰ 13 ਮਹੀਨੇ ਘਰ ਆ ਕੇ ਸੇਵਾ ਕਰਦੇ ਰਹੇ। ਤੇਰੇ ਨਿੰਦਿਆ ਕਰਨ ਵਾਲੇ ਦੋ ਕ੍ਰਿਤ ਖੋਟੇ ਕਰਮਾਂ ਕਰਕੇ ਅਲੋਪ ਹੋ ਗਏ।
ਇਸ ਕਰਕੇ ਹੁਣ ਤੋਂ ਥਾਰੋ ਇਹ ਬਾਂਗਰ ਦੇਸ਼ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਹਮਾਰੇ ਥਾਰੇ ਤੁਹਾਡੇ ਆਦਿਕ ਬੋਲੀ ਬੋਲੀ ਜਾਂਦੀ ਹੈ। ਅੰਬਾਲਾ ਜ਼ਿਲ੍ਹੇ ਦੇ ਵਿੱਚ ਪਹਿਲਾਂ ਇਹ ਜ਼ਿਲ੍ਹਾ ਸਾਰਾ ਅੰਬਾਲਾ ਹੁੰਦਾ ਸੀਗਾ ਅਤੇ ਬਾਅਦ ਦੇ ਵਿੱਚ ਰੋਪੜ ਬਣਿਆ, ਆ ਫਿਰ ਹੁਣ ਮੁਹਾਲੀ ਬਣ ਗਿਆ। ਪੁਰਾਣਾ ਇਹ ਅੰਬਾਲਵੀ ਬੋਲੀ ਹੈ। ਥਾਰੋ ਕਰਮਰੀ ਤੁਹਾਡੇ ਤੇਰੇ ਆਪਣੇ ਹੀ ਕੀਤੇ ਕਰਮਾਂ ਦਾ ਫਲ ਹੈ, ਸੋ ਤੂੰ ਭੋਗਣਾ ਕਰ। ਜਾਂ ਦੁਕ੍ਰਿਤ ਖੋਟਾ ਤੇ ਸੁਕ੍ਰਿਤ ਚੰਗਾ ਕਰਮ ਤੇਰਾ ਆਪਣਾ ਹੀ ਕੀਤਾ ਹੋਇਆ ਹੈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਈਐ। ਬਿਨਾਂ ਕਰਮਾਂ ਤੋਂ ਕੁਛ ਵੀ ਨਹੀਂ ਪਾਈਦਾ, ਭਾਵੇਂ ਬਹੁਤ ਜ਼ਿਆਦਾ ਦੌੜ ਭੱਜ ਵੀ ਕਰੋ। ਇੰਜ ਜਦੋਂ ਭਗਤ ਲੋਚਨ ਜੀ ਨੇ ਆਪਣੀ ਘਰਵਾਲੀ ਨੂੰ ਉਪਦੇਸ਼ ਦਿੱਤਾ ਤਾਂ ਭਗਤ ਲੋਚਨ ਜੀ ਦੇ ਘਰਵਾਲੀ ਕਹਿਣ ਲੱਗੀ ਕਿ ਭਗਤ ਜੀ ਮੇਰੇ ਜੁਮੇ ਹੀ ਕਰਮ ਪਏ ਹੋਏ ਨੇ ਸਾਰੀ ਦੁਨੀਆ ਦੇ, ਮੈਂ ਕਿਹੜੇ ਰੱਬ ਦੇ ਮਾਰ ਮਾਰੇ ਨੇ। ਕਦੀ ਆਪਾਂ ਕਿਸੇ ਨੂੰ ਕੋਈ ਮੰਦਾ ਬੋਲਿਆ, ਕੋਈ ਕਿਸੇ ਦਾ ਬੁਰਾ ਸੋਚਿਆ, ਇਹ ਸਾਡੇ ਹੀ ਕਿਉਂ ਮਾੜੇ ਕਰਮ ਲਿਖਤੇ ਰੱਬ ਨੇ, ਕਿਸੇ ਹੋਰ ਨੇ ਵੀ ਭੋਗੇ ਨੇ। ਕਹਿੰਦੇ ਹਾਂ ਸਾਰੇ ਆਪੋ ਆਪਣੇ ਕਰਮ ਭੋਗ ਰਹੇ ਨੇ, ਤੇਰੇ ਵੱਖਰੇ ਨੇ ਦੂਜਿਆਂ ਦੇ ਵੱਖਰੇ ਨੇ, ਕਰਮਾਂ ਤੋਂ ਬਗੈਰ ਤਾਂ ਕੋਈ ਵੀ ਨਹੀਂ ਹੈ। ਆ ਸਾਡੇ ਹੱਥ ਦੇ ਪੈਰਾਂ ਦੇ ਮੱਥੇ 'ਤੇ ਲਕੀਰਾਂ ਹੁੰਦੀਆਂ ਨੇ, ਮਾੜੇ ਨੇ ਚੰਗੇ ਨੇ ਘੱਟ ਨੇ ਵੱਧ ਨੇ, ਸਭ ਕਰਮ ਭੋਗ ਰਹੇ ਨੇ। ਯਥਾ ਤੇਨ ਸਹਿ ਸੇਰਗੂ ਵਤਸੋ ਵਿੰਦਤੇ ਸੁਨ ਮਾਤਰਮ, ਮਹਾਂਭਾਰਤ ਦੇ ਵਿੱਚ ਲਿਖਿਆ। ਤਥਾ ਸ਼ੁਭ ਸ਼ੁਭ ਕ੍ਰਿਤਮ ਕਰਮ ਕਰਤਾਰ ਮਨ ਗਛਤੀ। ਕਹਿੰਦੇ ਨੇ ਕਿ ਜਿਹੜੇ ਕਰਮ ਨੇ ਇਹਨਾਂ ਦਾ ਫਲ ਭੋਗੇ ਤੋਂ ਬਗੈਰ ਕਦੇ ਮਿਟਦਾ ਨਹੀਂ। ਭੋਗੇ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਇੰਨੀ ਬਲ ਵਾਲੀ ਹੈ। ਜਿਵੇਂ 1000 ਗਊਆਂ ਦੇ ਵਿੱਚ ਵਛੜਾ ਆਪਣੀ ਮਾਤਾ ਨੂੰ ਪਹਿਚਾਣ ਕੇ ਉਹਦੇ ਕੋਲ ਚਲਾ ਜਾਂਦਾ, ਤਿਵੇਂ ਵੀ ਮਾੜੇ ਚੰਗੇ ਕਰਮ ਕਰਤਾ ਦੇ ਕੋਲ ਚਲੇ ਜਾਂਦੇ। ਜਿਵੇਂ ਪੁਰਸ਼ ਦਾ ਪਰਛਾਵਾਂ ਪੁਰਸ਼ ਦੇ ਨਾਲ ਰਹਿੰਦਾ ਹੈ, ਉਸੇ ਤਰ੍ਹਾਂ ਕਰਮ ਵੀ ਨਾਲ ਰਹਿੰਦੇ ਨੇ। ਜੇ ਆਪਾਂ ਆਖੀਏ ਕਿ ਧਰਮ ਰਾਜੇ ਨੂੰ ਕਿਵੇਂ ਪਤਾ ਲੱਗ ਗਿਆ, ਉਹ ਸਾਡੇ ਤੋਂ ਹੀ ਜਿਹੜੀ ਆ ਮਦਰ ਬੋਰਡ ਹੈ ਨਾ, ਮਦਰ ਬੋਰਡ ਉਹਦੇ ਤੋਂ ਹੀ ਰਾਈਟ ਹੋਇਆ ਪੜ੍ਹਦਾ ਵੇਖਦਾ ਹੈ। ਸਾਡੇ ਮਦਰ ਬੋਰਡ ਲਾਇਆ ਹੋਇਆ ਰੱਬ ਨੇ। ਜਿਸ ਤਰ੍ਹਾਂ ਕੰਪਿਊਟਰ 'ਚ ਭਾਵੇਂ ਸਾਰਾ ਕੁਝ ਹੀ ਕਰਪਟ ਹੋ ਜਾਏ, ਪਰ ਮਦਰ ਬੋਰਡ ਦੇ ਵਿੱਚੋਂ ਸਿਆਣੇ ਬੰਦੇ ਸਾਰਾ ਡਾਟਾ ਕੱਢ ਲੈਂਦੇ ਨੇ। ਪੈਸਾ ਜਿਹੜਾ ਮੋਟਾ ਲੱਗਦਾ, ਸਭ ਕੁਛ ਦੁਨੀਆ 'ਚ ਹੋ ਜਾਂਦਾ। ਜਹਾਜ਼ਾਂ ਦੇ ਵਿੱਚ ਇੱਕ ਬਲੈਕ ਬਾਕਸ ਰੱਖਿਆ ਹੁੰਦਾ, ਰੱਬ ਨਾ ਕਰੇ ਸਾਰਾ ਜਹਾਜ਼ ਫੀਤਾ ਫੀਤਾ ਹੋ ਕੇ ਉੱਡ ਜਾਏ, ਕ੍ਰੈਸ਼ ਹੋ ਜਾਏ, ਪਰ ਲੱਭਣ ਵਾਲੇ ਉਹ ਬਲੈਕ ਬਾਕਸ ਨੂੰ ਲੱਭਦੇ ਨੇ। ਉਹਦੇ 'ਚ ਕੋਈ ਰਾਈਟਰ ਸਿਸਟਮ ਹੁੰਦਾ, ਉਹ ਕੱਢ ਕੇ ਉਹਨੂੰ ਸੁਣਦੇ ਨੇ ਵੀ ਉਹਦੀ ਆਵਾਜ਼ ਦੇ ਕਿਵੇਂ ਹੋਇਆ। ਉਹ ਪਾਇਲਟ ਨੇ ਉਹਦੇ ਸਾਰਾ ਕੁਝ ਦੱਸਿਆ ਹੁੰਦਾ। ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਨੀਂਹ ਪੱਥਰ ਰੱਖਿਆ ਗੁਰਦੁਆਰਾ ਸਾਹਿਬ ਦਾ, ਅਤੇ ਮੈਂ ਪ੍ਰਬੰਧਕਾਂ ਤੋਂ ਸੁਣ ਕੇ ਹੈਰਾਨ ਰਹਿ ਗਿਆ, ਕਿਉਂਕਿ ਮੈਨੂੰ ਪਤਾ ਨਹੀਂ ਸੀ ਪਹਿਲਾਂ। ਗੋਰਿਆਂ ਦੀ ਨੀਤੀ ਥਿਊਰੀ ਹੈ ਕਿ ਕੋਈ ਵੀ ਬਿਲਡਿੰਗ ਬਣਾਓ, ਜਿਵੇਂ ਪੁਰਾਤਨ ਨੀਂਹ ਪੱਥਰ ਰੱਖਿਆ ਹੁੰਦਾ ਸੀਗਾ, ਉਹ ਪੁਰਾਣੇ ਪੱਥਰਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਸੰਨ ਤੋਂ ਇਹ ਬਿਲਡਿੰਗ ਬਣੀ ਹੈ। ਕਹਿੰਦੇ ਕਿ ਆਪਾਂ ਹੁਣ ਸਾਰੀ ਸੀੜੀ ਬਣਾ ਕੇ ਸਾਰੀਆਂ ਸੰਗਤਾਂ ਦੇ ਨਾਮ ਅਤੇ ਸੰਨ ਲਿਖ ਕੇ ਇੱਕ ਸੀਡੀ ਦੇ ਵਿੱਚ ਰਾਈਟ ਕਰਕੇ ਬਾਕਸ ਬਣਾ ਕੇ ਇਹਦੀ ਨੀਂਹ ਦੇ ਵਿੱਚ ਦੱਬਾਂਗੇ, ਕਿਉਂਕਿ ਕੱਲ੍ਹ ਨੂੰ ਜਿਵੇਂ ਅੱਜ ਬਿਲਡਿੰਗ 125 ਸਾਲ ਬਾਅਦ ਆਪਾਂ ਨੇ ਵਧਾਈ ਹੈ, ਪਰ ਉਹਦੇ ਖੰਡਰਾਤਾਂ ਤੋਂ ਪਤਾ ਚੱਲਦਾ ਵੀ ਕਿਤਨੀ ਪੁਰਾਣੀ ਹੈ। ਫੋਟੋਆਂ ਲੱਗੀਆਂ ਹੋਈਆਂ ਸਿੱਖਾਂ ਦੀਆਂ, ਜਿਹੜੇ ਇੰਡੀਆ ਤੋਂ ਗਏ, ਉੱਥੇ ਬੰਦਰਗਾਹ ਸੀ ਕਲਕੱਤੇ ਤੋਂ ਹਾਂਗਕਾਂਗ ਨੂੰ ਜਾਂਦੇ ਹੁੰਦੇ ਸੀ, ਉੱਥੇ ਗਾਂ ਫਿਰ ਕੈਨੇਡਾ ਨੂੰ ਜਹਾਜ਼ ਗਿਆ ਜਿਹੜਾ ਕਾਮਾ ਘਾਟਾ ਮਾਰੋ ਸੀਗਾ।
वो सारे कामा घाटा मारू वाले शहीदां दियां उत्थे तस्वीरां हैं। तो इसलिए बॉक्स दे विच सारा कुछ सामभ्या हुंदा। इउं बंदा भावें मर जांदा पर जीवात्मा नहीं मरदी। कहते चित्र गुप्त जब लेखा मांगे तब कौन पढ़दा तेरा ढाक है। चित्र गुप्त यही ने दिन रात के जोड़े साडे संस्कार मन दे विच हन। तुसीं वेखो जिउं जम्मे अज तक सानू ऐन बिल्कुल कंप्यूटर की तरह सारा कुछ याद है कि आपां किहड़े टाइम दे कित्थे सीगे। किसी पुराने बजुर्ग कोल बैठ के वेखो वो लड़ी नहीं टुटन देगा। जो सानू सब कुछ याद है यही सीडी राइट है। मरण तो बाद भावें कुछ याद नहीं रहिंदा पर कर्मां दी बाबत रब की दरगाह दे विच अपने आप ही जिवें भूत बोलते हैं बाबियां दे कोल इउं धर्मराजे की कचहरी च जीव आत्मा अपने आप ही बकवास मारदी है। कहते पुलिस वालियां दा शैंटा डंडा वेख के कंधां भी कंबदियां बोलदियां ने कंधां भी। चोरां ने तां बड़ा की दम रखना क्यों धर्मराजे की कचहरी जीव आत्मा आप बोलदियां ने। वो साडी जिहड़ी मदरबोर्ड राइट होया सीडी राइट हुई पई है जिहड़े संस्कार भरे पे ने वो संस्कार जिवें सुपना आउंदा उस तरह अपने आप ही अगे जाके पेश होंदे हन। सारा पता लग जाता भी ये कित्थों आया की कीता किवें रिहा ते कित्थे खलोता कित्थे बैठा। फिर विधाता अगला जन्म दिंदा है उन्हां कर्मां दे विचों ते साध संगत जीओ कुछ कर्म लैके प्रारब्ध बनाउंदा है। एक कर्म ने किरेमान जो असी करते हैं जिवें हुण कथा हो रही है आपां सुन रहे हैं ये किरेमान ने। समाप्ति तो बाद जब अरदास हो गई ये संचित हो गए। जिवें बैंक दे विच साडा खाता हुंदा साडा खाता खुलिया होया कर्मां दा रब दी दरगाह दे विच उहदे विच जाके जमा हो गए। जरूरी नहीं भी सारे बैंक चों पैसे आप एकदम ही खर्च लेंदे आ। जिवें जिवें लोड़ होवे तिवें तिवें 1000 रुपया 2000 10,000 20,000 लाख 2 लाख इउं जिवें जिवें रब की मर्जी है तिवें तिवें कढ़ के दिंदा कर्म। भी आ इहनूं भोग वो साडे मत्थे ते लिखे हुंदे ने हत्थां ते लिखे हुंदे पैरां ते लकीरां हुंदियां वो भोगने पैंदे ने। किरेमान कर्म बंदा करे ना करे इसलिए अरदास करी दी भी माड़ा काम न कराए। नर अचेत पाप ते डरे जब वो जमा हो गए फिर उन्होंने नहीं कोई कढ़ सकता उन्होंने कोई मेट नहीं सकता। जब रब ने प्रारब्ध बना दी प्रारब्ध में भी कोई नहीं मेट सकता। महापुरख ब्रह्म ज्ञानी मेट सकते हैं पर वो रब के काम च दखल नहीं देंगे। तो इसलिए ग्रंथों च लिखिया कहते अवश्य में भोगतव्यम कृतमं कर्म शुभा शुभम ना भुगतम खीयते कर्म कल्प कोट सतई अप। हर एक मनुख नूं चंगे मंदे कर्म जरूर भोगने पैंदे ने जो बिना भोगे तो नाश नहीं हुंदे। जिस वेले गल्लां करदियां संध्या पै गई तद आकाश दे विच चंद्रमा चढ़िया वेख के भगत जी कहन लगे कि वेख भलीए लोके कर्मां दे फल भोगण बाबत आओ चंद्रमा वाल ध्यान कर। स्त्रीए जो शंकरा शिव जी के मत्थे ते दूज का चंद्रमा रूप हो के वस रहा है। जिमें भाई गुरदास साहब जी ने भी लिखिया है कि दोए देह चंद आलोप हुए तीए देह चढ़दा हुए निका उठ उठ जगत जो हारदा गगन में हे सुर मस्तक टिक्का। दूज का चंद्रमा ते हमेशा ही गंगा ते इशनान करता है चंद्रमा क्योंकि गंगा भी शिव जी के सीस ते रहिंदी है ते चंद्रमा भी उहदे मत्थे ते है। ये आकाश वाला चंद्रमा ना समझना बल्कि इसका अभिमानी देव जो एक प्राणाधारी देवता हिंदू मत विच मन्निया गया। जैसा कि स्कंद पुराण च लिखिया है कि एक समय चंद्रमा ने हिमालय पर्वत से जाके शिवा का आराधन किया। जिस वेले चंद्रमा की घोर तपस्या देख के शिव जी प्रसन्न हुए तो कहन लगे हे चंद्रमा मार मंग तो की चाहता है।
ਤਾਂ ਚੰਦਰਮਾ ਨੇ ਕਿਹਾ ਮੈਂ ਹੋਰ ਕੁਝ ਨਹੀਂ ਚਾਹੁੰਦਾ, ਮੇਰੀ ਇੱਕੋ ਹੀ ਡਿਮਾਂਡ ਹੈ ਕਿ ਮੈਨੂੰ ਜੋ ਗੌਤਮ ਰਿਸ਼ੀ ਦੇ ਸ਼ਰਾਪ ਕਰਕੇ ਕਲੰਕ ਲੱਗਾ ਹੋਇਆ ਇਹ ਦੂਰ ਹੋ ਜਾਏ। ਤਾਂ ਮਹਾਦੇਵ ਜੀ ਨੇ ਕਿਹਾ ਕਿ ਤੇਰੀ ਪ੍ਰਾਲਬਧ ਦਾ ਕਰਮ ਹੈ ਭਾਈ, ਇਹ ਤਾਂ ਤੈਨੂੰ ਜ਼ਰੂਰ ਹੀ ਭੋਗਣਾ ਪਏਗਾ, ਤੂੰ ਕੁਝ ਹੋਰ ਮੰਗ ਲੈ, ਉਹਦੀ ਪ੍ਰਾਪਤੀ ਲਈ ਮੈਂ ਤੈਨੂੰ ਵਰ ਦੇਣ ਲਈ ਤਿਆਰ ਹਾਂ। ਸੰਤਾਂ ਦਾ ਸ਼ਰਾਪ ਨਹੀਂ ਬੰਦਾ ਕੋਈ ਮੇੜ ਸਕਦਾ, ਉਹਨਾਂ ਦਾ ਬਚਨ ਆਪਾਂ ਨਹੀਂ ਮੋੜ ਸਕਦੇ, ਸੰਤ ਦਾ ਸ਼ਰਾਪ ਹੋਇਆ ਤੈਨੂੰ। ਤਾਂ ਚੰਦਰਮਾ ਨੇ ਸੋਚਿਆ ਕਿ ਸ਼ਿਵ ਜੀ ਦੀਆਂ ਜੜ੍ਹਾਂ 'ਚ ਗੰਗਾ ਚੱਲ ਰਹੀ ਹੈ, ਜੋ ਪਾਪਾਂ ਦੇ ਨਾਸ਼ ਕਰਨ ਵਾਲੀ ਮੰਨੀ ਹੈ, ਜੇ ਮੈਂ ਉਹਦੇ ਵਿੱਚ ਇਸ਼ਨਾਨ ਕਰਾਂਗਾ ਤਾਂ ਮੇਰਾ ਕਲੰਕ ਆਪਣੇ ਆਪ ਦੂਰ ਹੋ ਜਾਏਗਾ। ਇਹ ਗੱਲ ਵਿਚਾਰ ਕੇ ਚੰਦਰਮਾ ਨੇ ਕਿਹਾ, ਹੇ ਮਹਾਦੇਵ ਤੁਸੀਂ ਮੈਨੂੰ ਆਪਣੇ ਮਸਤਕ 'ਚ ਨਿਵਾਸ ਕਰਨ ਲਈ ਜਗ੍ਹਾ ਬਖਸ਼ ਦਿਓ। ਤਾਂ ਸ਼ਿਵ ਜੀ ਨੇ ਕਿਹਾ ਕਿ ਜੇ ਤੂੰ ਮੇਰੇ ਮੱਥੇ 'ਤੇ ਰਹਿਣਾ ਚਾਹੁੰਦਾ ਤਾਂ ਦੂਜ ਤਰੀਕ ਦੇ ਚੰਦਰਮਾ ਦੀ ਸ਼ਕਲ ਬਣਾ ਕੇ ਰਹਿ ਸਕਦਾ, ਕਲੰਕਤ ਰੂਪ ਨਾਲ ਮੈਂ ਤੈਨੂੰ ਆਪਣੇ ਮਸਤਕ 'ਤੇ ਨਹੀਂ ਰਹਿਣ ਦਿਆਂਗਾ, ਕਿਉਂਕਿ ਉਹ ਨਾਮ ਅਭਿਆਸੀ ਸਾਧੂ ਰੂਪ ਹੈ। ਉਸ ਦਿਨ ਤੋਂ ਦੂਜ ਥਿਤ ਦਾ ਚੰਦਰਮਾ ਹੋ ਕੇ ਆਪਣੇ ਕਲੰਕ ਦੀ ਨਿਵਰਤੀ ਲਈ ਕਹਿੰਦੇ ਮਹੇਸ਼ ਦੇ ਮੱਥੇ 'ਤੇ ਰਹਿਣ ਲੱਗ ਪਿਆ। ਰਹੋ ਵਿਚਾਰ, ਜੋ ਕੁਝ ਲਿਖਿਆ ਹੋਇਆ ਗ੍ਰੰਥਾਂ 'ਚ ਉਹੀ ਤੁਹਾਨੂੰ ਦੱਸਦੇ। ਮਹਾਂਭਾਰਤ ਵਿੱਚ ਪ੍ਰਸੰਗ ਆਉਂਦਾ ਹੈ ਕਿ ਸਗਰ ਦੇ ਪਿਤਾ ਬਾਹੂ ਨੂੰ ਹਹਿਆ ਨੇ ਰਾਜਧਾਨੀ ਤੋਂ ਬਾਹਰ ਕੱਢ ਦਿੱਤਾ ਸੀ। ਬਾਹੂ ਜੰਗਲ ਵਿੱਚ ਆਪਣੀਆਂ ਇਸਤਰੀਆਂ ਸਮੇਤ ਜਾ ਰਿਹਾ ਸੀ। ਉਸ ਵਕਤ ਸਗਰ ਦੀ ਮਾਂ ਗਰਭਵਤੀ ਸੀ। ਇੱਕ ਸੌਂਕਣ ਨੇ ਈਰਖਾ ਕਰਦੇ ਉਹਨੂੰ ਕੋਈ ਐਸੀ ਜ਼ਹਿਰ ਦਿੱਤੀ ਜਿਸ ਨਾਲ ਉਸ ਦਾ ਬੱਚਾ ਰੁਕ ਜਾਵੇ ਪਰ ਮਰੇ ਵੀ ਨਾ, ਜਨਮ ਵੀ ਨਾ ਹੋਵੇ, ਮਰੇ ਵੀ ਨਾ। ਇਸੇ ਕਾਰਨ ਹੀ ਸਗਰ 7 ਵਰੇ ਮਾਤਾ ਦੇ ਉਦਰ ਦੇ ਵਿੱਚ ਰਿਹਾ। ਇਸ ਸਮੇਂ ਅੰਦਰ ਹੀ ਸਗਰ ਦਾ ਪਿਓ ਬਾਹੂ ਮਰ ਗਿਆ। ਜਦ ਬਾਹੂ ਮਰਿਆ ਤਾਂ ਸਗਰ ਦੀ ਬੱਚੇ ਦੀ ਭਾਵਨਾ ਵਾਲੀ ਮਾਤਾ ਨੇ ਆਪਣੇ ਪਤੀ ਨਾਲ ਛੱਡਣਾ ਚਾਹਿਆ, ਪਰ ਔਰਵ ਰਿਸ਼ੀ ਨੇ ਉਹਨੂੰ ਰੋਕਿਆ ਤੇ ਆਖਿਆ ਕਿ ਤੇਰੇ ਉਦਰ 'ਚੋਂ ਇੱਕ ਪ੍ਰਤਾਪੀ ਬਾਲਕ ਜਨਮ ਲਵੇਗਾ। ਜਦੋਂ ਇਹ ਬਾਲਕ ਜਨਮਿਆ ਤਾਂ ਰਿਸ਼ੀ ਨੇ ਨਾਮ ਸਗਰ ਰੱਖਿਆ। ਸਗਰ ਸ ਸਹਿਤ ਗਰ ਗਰਲਤਾ ਭਾਵ ਜ਼ਹਿਰ, ਜ਼ਹਿਰ ਦੀ ਸਹਿਤ, ਕਿਉਂਕਿ ਜ਼ਹਿਰ ਜੋ ਪਿਆਤੀ ਸੀ, ਸੌਂਕਣ ਨੇ ਜ਼ਹਿਰ ਦਿੱਤੀ ਸੀ ਤੇ ਨਾਲ ਹੀ ਤੇ ਉਹ ਜ਼ਹਿਰ ਵੀ ਬਾਹਰ ਆ ਗਈ ਜਿਹੜੀ ਦਿੱਤੀ ਸੀ। ਜਦ ਸਗਰ ਨੇ ਜਵਾਨ ਹੋ ਕੇ ਆਪਣੇ ਪਿਤਾ ਬਾਹੂ ਦੀ ਕਥਾ ਸੁਣੀ ਤਾਂ ਉਹਨੇ ਪ੍ਰਣ ਕੀਤਾ ਕਿ ਮੈਂ ਹਾਂ ਤੇ ਹੋਰ ਰਾਖਸ਼ਾਂ ਤੋਂ ਪ੍ਰਿਥਵੀ ਖਾਲੀ ਕਰ ਦੇਵਾਂਗਾ ਤੇ ਆਪਣੇ ਪਿਤਾ ਦਾ ਸਾਰਾ ਰਾਜ ਵਾਪਸ ਲਵਾਂਗਾ। ਔਰਵ ਰਿਸ਼ੀ ਤੋਂ ਉਹਨੇ ਅਗਨ ਅਸਤਰ ਲੈ ਕੇ ਸਭ ਹੈਆਂ ਨੂੰ ਮਾਰ ਮੁਕਾਇਆ ਤੇ ਆਪਣਾ ਰਾਜ ਭਾਗ ਸੰਭਾਲ ਲਿਆ। ਸਗਰ ਨੇ ਸ਼ੱਕ ਤਮਨ ਕਾਂਬੋਜ ਪਰ ਤੇ ਪਰਲੋ ਸਾਰਿਆਂ ਦਾ ਨਾਸ਼ ਕਰ ਦੇਣਾ ਸੀ, ਪਰ ਵਸ਼ਿਸ਼ਠ ਰਿਸ਼ੀ ਦੇ ਕਹਿਣ ਦੇ ਉਹਨੇ ਉਹਨਾਂ ਨੂੰ ਇਸ ਸ਼ਰਤ 'ਤੇ ਛੱਡ ਦਿੱਤਾ ਕਿ ਯਮਨ ਆਪਣਾ ਸਿਰ ਮੂੰਹ ਮਨਾ ਲੈਣ ਤੇ ਸ਼ੱਕ ਉੱਪਰਲੇ ਪਾਸਿਓਂ ਅੱਧਾ ਮਨਾਉਣ, ਭਾਰਤ ਲੰਬੇ ਕੇਸ਼ ਰੱਖਣ ਦੇ ਪਰ ਲੰਬੀਆਂ ਦਾੜੀਆਂ ਰੱਖਣ। ਸਗਰ ਨੇ 2 ਵਿਆਹ ਕੀਤੇ, ਇੱਕ ਤਾਂ ਕਸ਼ਪ ਦੀ ਪੁੱਤਰੀ ਸੁਮਤੀ ਨਾਲ, ਦੂਜਾ ਰਾਜਾ ਵਿਦਰਭ ਦੀ ਪੁੱਤਰੀ ਕੇਸ਼ਨੀ ਨਾਲ। ਪਰੰਤੂ ਉਹਨਾਂ ਦੋਵਾਂ ਦੇ ਉਧਰੋਂ ਕੋਈ ਪੁੱਤਰ ਨਾ ਹੋਣ ਕਰਕੇ ਉਹਨੇ ਔਰਵ ਰਿਸ਼ੀ ਦੀ ਔੜ ਲਈ। ਔਰਵ ਰਿਸ਼ੀ ਨੇ ਕਿਹਾ ਕਿ ਇੱਕ ਇਸਤਰੀ ਨੂੰ ਇੱਕੋ ਪੁੱਤਰ ਪੈਦਾ ਹੋਏਗਾ, ਪਰੰਤੂ ਦੂਜੇ ਦੇ ਘਰ 60,000 ਪੁੱਤਰ ਹੋਣਗੇ। ਕੇਸ਼ਨੀ ਨੇ ਕਿਹਾ ਕਿ ਮੇਰੇ ਘਰ ਤਾਂ ਇੱਕੋ ਪੁੱਤਰ ਹੀ ਪੈਦਾ ਹੋਵੇ, ਤਾਂ ਉਹਦੇ ਘਰ ਇੱਕ ਪੁੱਤਰ ਅਸਮੰਜਮ ਹੋਇਆ ਤੇ ਸੁਮਤੀ ਦੇ 60,000 ਪੁੱਤਰ ਹੋਏ। ਹਰਵੰਸ਼ ਨਾਮੀ ਗ੍ਰੰਥ ਵਿੱਚ ਲਿਖਿਆ ਹੋਇਆ ਹੈ। ਹਰਵੰਸ਼ ਮਹਾਂਭਾਰਤ ਦਾ ਅੰਗ ਰੂਪ ਇੱਕ ਗ੍ਰੰਥ ਜਿਹਦਾ 16,374 ਸ਼ਲੋਕ ਹੈ। ਇਸ ਵਿੱਚ ਹਰ ਵਿਸ਼ਨੂੰ ਦੀ ਵੰਸ਼ ਦਾ ਵਰਣਨ ਹੈ। ਬਹੁਤ ਰਾਜਿਆਂ ਦੀ ਵੰਸ਼ਾਵਲੀ ਇਸ ਗ੍ਰੰਥ ਵਿੱਚ ਲਿਖੀ ਹੋਈ ਹੈ। ਸੋ ਇਹ ਵੀ ਗੱਲ ਹਰਵੰਸ਼ ਨਾਮੀ ਗ੍ਰੰਥ 'ਚ ਲਿਖੀ ਹੈ ਕਿ ਸਗਰ ਦੀ ਇਸਤਰੀ ਸੁਮਤੀ ਨੂੰ ਇੱਕ ਤੂੰਬਾ ਜਨਮਿਆ ਜਿਸ 'ਚ 1000 ਬੀਜ ਸੀਗੇ, ਜਿਨ੍ਹਾਂ ਨੂੰ ਸਗਰ ਨੇ ਘੀ ਦੇ ਭਾਂਡਿਆਂ 'ਚ ਅੱਡ ਰੱਖਤਾ ਤੇ 10 ਮਹੀਨਿਆਂ ਬਾਅਦ ਇਹ ਸਾਰੇ ਬਾਲਕ ਹੋ ਕੇ ਆਪ ਹੀ ਦੌੜਨ ਭੱਜਣ ਲੱਗ ਪਏ। ਅਸਮੰਜਸ ਬੜਾ ਕਰਮੀ ਸੀਗਾ, ਇਸ ਲਈ ਸਗਰ ਨੇ ਨੂੰ ਤਿਆਗਤਾ। ਬਾਕੀ 60,000 ਪੁੱਤਰ ਜਦੋਂ ਥੋੜ੍ਹੇ ਵੱਡੇ ਹੋਏ ਤਾਂ ਉਹਨਾਂ ਨੇ ਐਸਾ ਪੱਧਰ ਮਚਾਇਆ ਕਿ ਨਗਰ ਦੇ ਹੋਰ ਨਾ ਛੋਟੇ ਬੱਚਿਆਂ ਨੂੰ ਫੜ ਕੇ ਦਰਿਆ 'ਚ ਡੋਬ ਦਿਆ ਕਰੇ। ਲੋਕਾਂ ਨੇ ਜਾ ਕੇ
राजे सगर नूं कहा कि तेरे पुत्र तो बड़े पापी ने, वो तो आम प्रजा नूं पानी 'च डोबी जा रहे हैं। राजे ने कहा कि पहला मैं एक जग कर लवां, फिर इन्हां नाल गल करांगा। जग करन लई इन्हें घोड़ा छड्डिया ते उस घोड़े की देख रेख लई। इन्हें अपने 60,000 पुत्र सैना समेत मगर लाते। उधर जब इंद्र नूं इस गल का पता लगा तो उन्हें सोचिया कि जेकर जग पूरा हो गया तो किते राजा सगर मेरी पदवी ना खो लवे। इस तरह विचार के इन्हें घोड़ा लोप करके जिथे कपिल मुनि तपस्या करता सी, जो कलकत्ते तो अगे 35 मील समुंदर लागे कपिल मुनि की समाध है, उत्थे पतालपुरी च कपिल मुनि समाधि लई बैठा सी। तो इंद्र ने घोड़ा छुप के छल नाल उस कपिल मुनि के पिछले पासे जाके बन्नता ते कपिल मुनि नूं कुछ पता ना चलन दिता। उस राजे के सारे पुत्र पृथ्वी के अंत घोड़ा लभदे लभदे हंब गए। अखीर वो धरती पुट्टन लगे। जब पुटते पुटते 100 योजन हेठा तक गए तो उत्थे कपिल मुनि समाधि लाई बैठा सी। ये कपिल मुनि के पिछे घोड़ा वज्जा देख के उन्होंने लत्तां मारन लग पे, कहते तू साडा घोड़ा चुरा लिया। उस वेले कपिल मुनि की समाधि खुली तो अखां चों अजे ही अग निकली, जिस करके 60,000 सारे के सारे सड़ के सुआह हो गए। उस वेले बाद विच लिखिया ने बैठ के विचार किए कि जेकर गंगा हेठां जाए तो बेगत होइयां दी कल्याण हो सकती है। वो गंगा ब्रह्मा जी के कोल है। जिस वेले विष्णु जी ने बामन अवतार धारिया तो उदों ब्रह्मा ने विष्णु के चरण धो के शक्तिशाली जल इनके करमंडल च पा लिया सी। इस ख्याल नाल गंगा नूं ब्रह्मपुरी तो पृथ्वी ते लियाउण लई राजे सगर ने अपने दूजे पुत्र नूं राज दे के घोर तपस्या की। इउं तपस्या करते करते 7वें थां भगीरथ पैदा होया। इन्हें गंगा नूं पृथ्वी ते लियाउण लई हिमालय के गोकर्ण स्थान से कहते घोर तप किया ते ब्रह्मा नूं प्रसन्न कर लिया। तो ब्रह्मा ने कहा कि तू गंगा लै जा, परंतु ये संभाली नहीं जानी। भागीरथ तपै गंगा आनी, ये बाणी च भी लिखिया है। तब भगीरथ ने कहा फिर दसो हुण तुसीं ही समझाओ कि मैं की करा। तो ब्रह्मा ने कहा जे तू शिव जी नूं प्रसन्न कर लवे तो इस गंगा नूं ग्रहण कर सकदा ते फिर ये धारा बन के चल सकती है। फिर भगीरथ ने 6 महीने शिव जी की आराधना की तो शिव जी ने खुश होकर कहा कि भी चलो ठीक है, विष्णु के चरणों का पवित्र जल मेरिया जड़ावां च पा दिओ। जब ब्रह्मा ने आकाश तो गंगा भेजी तो शिव जी ने अपनिया जटा जोड़ कहते इन्नियां फैला दित्तियां कि 1000 वरा गंगा नूं निकलण दा रस्ता ही ना लभ्या। अंत नूं भगीरथ की प्रार्थना मन के शिव जी ने जटावां चों गंगा कढ़ी। उस गंगा विच ही चंद्रमा इशनान करदा सी। जदों कितने ही साल शिवां दे मत्थे पर रह के गंगा जल विच इशनान करदा रहा, तद गंगा जी ने चंद्रमा नूं वेख के ते उहदी श्रद्धा भगती ते प्रसन्न हो के कहा कि वर मंग। तो चंद्रमा ने कहा भी हे गंगा माई, जे तू मेरे ते प्रसन्न है तो तू मेरा कलंक दूर कर दे। ये गल सुन के गंगा ने कहा कि मैं तीर्थ प्रारब्ध विच आए हुए कर्म फल नूं दूर नहीं कर सकती, ये भोगना पैना। इस वास्ते तू कोई होर वर मंग ला। तो चंद्रमा ने कहा फिर मैनू विष्णु जी की अनिन भगती करने का वर दे। गंगा ने कहा तथास्तु। उस वेले चंद्रमा कई साल विष्णु भगवान की अनिन भगती करता रहा। जब विष्णु जी भगती ते प्रसन्न होकर प्रगट होए तो कहन लगे हे चंद्रमा वर मंग तू की चाहुंदा। तो चंद्रमा ने सोचा कि जे मैं पहला ही अपने कलंक की निवृत्ति लई वर मंग लिया तो भगवान ने भी गंगा वांग तो शिव जी वांग मैनू जवाब ही दे देना, जवाब जरूर सुनना। इसलिए मैं कोई अजिहा वर मंगा जिस वर नूं भगवान जी जवाब ना दे। ये सोच के कि भगवान जी आप ही बख्शिश करन। कहन लगा भी हे भगवान जे आप त्रुठे हो तो आप जी मेरी वंश विच अवतार धारण करो, भाव चंद्रवंशी वंश दे विच आओ, आप चंद्रवंशी कहाओ। तो भगवान जी कहन लगे तथास्तु। असी कृष्ण रूप हो के द्वापर के अंत विच तेरी कुल विच अवतार धारांगे। उस गल नूं भगत लोचन जी अगली पंक्ति विच स्पष्ट करके उच्चारण करते हैं। आपां इस पंक्ति के आधारित विचार कर रहे सीगे वो सगर बारे कि जिन्हें अपने प्यो की
ਮੌਤ ਦਾ ਬਦਲਾ ਲੈਣ ਲਈ ਹੈਹਾਂ ਦੇ ਨਾਲ ਯੁੱਧ ਕੀਤਾ। ਵਿਸ਼ਨੂੰ ਪੁਰਾਣ 'ਚ ਲਿਖਿਆ ਕਿ ਹੈਹਾਂ ਯਾਦਵਾਂ ਵਿੱਚੋਂ ਸੀਗੇ। ਅੱਜ ਕੱਲ੍ਹ ਦੇ ਵਿਦਵਾਨ ਸਿੱਧੀਅਨ ਜਾਤ ਨੂੰ ਹੈਹਾਂ ਮੰਨਦੇ ਨੇ। ਮਹਾਂਭਾਰਤ ਵਿੱਚ ਲਿਖਿਆ ਕਿ ਹੈਹਾਂ ਮੰਨੂ ਦੇ ਪੁੱਤਰ ਯਜਾਤੀ ਦੀ ਔਲਾਦ ਹਨ। ਸਹੰਸਰ ਬਾਹੂ ਕਾਰਤਵੀਰ ਇਹਨਾਂ ਦਾ ਪ੍ਰਤਾਪੀ ਰਾਜਾ ਹੋਇਆ। ਕਰਨਲ ਟਾਂਡ ਲਿਖਦਾ ਕਿ ਬਘੇਲਖੰਡ ਦੀ ਸੁਹਾਗਪੁਰ ਘਾਟੀ ਵਿੱਚ ਹੁਣ ਵੀ ਹੈਹਾਂ ਜਾਤੀ ਹੈ। ਅਤੇ ਫਿਰ ਸਗਰ ਨੇ ਉਹਨਾਂ ਨੂੰ ਮਾਰ ਕੇ ਤਪ ਕੀਤਾ ਅਤੇ ਤਪ ਤੋਂ ਵੇਖੋ ਅੱਗੇ ਗੰਗਾ ਬਾਬਤ ਆਉਂਦਾ ਅਤੇ ਫਿਰ ਵਿੱਚ ਭਗੀਰਥ ਦਾ ਨਾਮ ਆਉਂਦਾ ਹੈ ਜਿਹਨੂੰ ਭਗਤ ਮੰਨਿਆ ਹੈ। ਅਤੇ ਫਿਰ ਬ੍ਰਹਮਾ ਜੀ ਨੇ ਗੰਗਾ ਭੇਜੀ। ਉਹ ਸ਼ਿਵ ਜੀ ਦੀਆਂ ਜੜਾਵਾਂ ਵਿੱਚ ਫਿਰ ਉਹ ਚੰਦਰਮਾ ਨਾਲ ਸੰਬੰਧਿਤ ਕਰਕੇ ਵੀ ਚੰਦਰਮਾ ਕਿਵੇਂ ਉਹਦੇ 'ਚ ਇਸ਼ਨਾਨ ਕਰਦਾ। ਇਹ ਸਾਖੀ ਦਾ ਸੰਬੰਧ ਕੇਵਲ ਭਾਵ ਨੂੰ ਸਪਸ਼ਟ ਕਰਨਾ ਹੀ ਹੈ ਅਤੇ ਬਾਕੀ ਇਹ ਸੱਚੀ ਹੈ ਝੂਠੀ ਹੈ ਇਸ ਬਾਬਤ ਆਪਾਂ ਕੋਈ ਡਿਸੀਜਨ ਨਹੀਂ ਲੈਂਦੇ। ਇਹ ਕੇਵਲ ਭਾਵ ਸਮਝਾਉਣ ਲਈ ਗੁਰਬਾਣੀ ਦਾ ਕਿ ਭਗਤ ਜੀ ਨੇ ਲਿਖਿਆ ਹੈ। ਚੰਦਰਮਾ ਕਿਵੇਂ ਇਸ਼ਨਾਨ ਕਰਦਾ ਮੰਨਿਆ ਗਿਆ ਉਹ ਮੈਂ ਆਪ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਹੋਰ ਬਹੁਤਾ ਲੰਮਾ ਚੌੜਾ ਸਾਡਾ ਇਹ ਸਾਖੀ ਨਾਲ ਦੱਸਦੇ ਹਨ। ਹੈ ਸ਼ਿਵ ਜੀ ਦੇ ਮੱਥੇ ਤੇ ਦੂਜ ਦਾ ਚੰਦਰਮਾ ਰੂਪ ਹੋ ਕੇ ਵਸ ਰਿਹਾ ਹੈ। ਵਿੱਚ ਕਿਵੇਂ ਨਹਾਉਂਦਾ ਹੈ ਇਸ ਲਈ ਇਹ ਸਾਖੀ ਸੁਣਾਈ ਹੈ ਕਿ ਭਾਵ ਸਪਸ਼ਟ ਹੋ ਜਾਏ। ਅਰੇ ਹੇ ਇਸਤਰੀਏ ਡੇਲੀ ਸ਼ਿਵ ਜੀ ਦੇ ਮੱਥੇ 'ਤੇ ਲੱਗਾ ਉਹਦੀਆਂ ਜੜਾਵਾਂ ਵਾਲੀ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ ਪਰ ਗੰਗਾ ਨੇ ਵੀ ਉਹਦਾ ਕਲੰਕ ਨਹੀਂ ਮੇਟਿਆ। ਫਿਰ ਵਿਸ਼ਨੂੰ ਦੇ ਕੋਲੋਂ ਵੀ ਉਹਨੇ ਸਿਰਫ ਇੰਨਾ ਹੀ ਮੰਗਿਆ ਕਿ ਮੇਰੀ ਕੋਲ 'ਚ ਅਵਤਾਰ ਧਾਰੋ। ਇਸਤਰੀਏ ਉਸ ਚੰਦਰਮਾ ਦੀ ਕੁਲ ਵੰਸ਼ ਦੇ ਵਿੱਚ ਸਾਰਗਪਾਨ ਹੱਥਾਂ ਦੇ ਵਿੱਚ ਸਰਿੰਗ ਦੇ ਬਣੇ ਤਨਖ ਨੂੰ ਧਾਰਨ ਵਾਲੇ ਵਿਸ਼ਨੂੰ ਜੀ ਕ੍ਰਿਸ਼ਨ ਰੂਪ ਦੇ ਵਿੱਚ ਮਿਲੇ ਭਾਵ ਜਨਮ ਲਿਆ ਜੋ ਰਾਮਚੰਦਰ ਜੀ ਦੇ ਭਰਾ ਲਛਮਣ ਦੇ ਚੰਦਰਕੰਤ ਨਾਮੀ ਪੁੱਤਰ ਤੋਂ ਕੁਲ ਚੱਲੀ। ਜਾਂ ਅਨਵੇਂ ਅਨੁਸਾਰ ਕੁਲ ਮੱਧੇ ਜਨਮ ਲਿਓ ਸਾਰਗਪਾਨ ਦੇ ਚੰਦਰਵੰਸ਼ੀਆਂ ਦੀ ਕੁਲ ਦੇ ਵਿੱਚ ਸਾਰਗਪਾਨ ਵਿਸ਼ਨੂੰ ਜੀ ਨੇ ਕ੍ਰਿਸ਼ਨ ਰੂਪ ਧਾਰ ਕੇ ਜਨਮ ਲਿਆ ਜੋ ਕ੍ਰਿਸ਼ਨ ਰੂਪ ਦੇ ਵਿੱਚ 16 ਕਲਾ ਸੰਪੂਰਨ ਉੱਚੀ ਹਸਤੀ ਵਾਲੇ ਹੋਏ ਨੇ ਜਿਨ੍ਹਾਂ ਨੇ ਗੋਕਲ ਦੀ ਰੱਖਿਆ ਲਈ ਆਪਣੀ ਚੀਚੀ ਉਂਗਲ ਉੱਤੇ ਗਵਰਧਨ ਪਰਬਤ ਚੁੱਕ ਕੇ ਇੰਦਰ ਦਾ ਹੰਕਾਰ ਦੂਰ ਕੀਤਾ ਸੀ। ਗਵਾਲਿਆਂ ਅਤੇ ਵਸ਼ਿਆਂ ਦੀ ਸਹਾਇਤਾ ਲਈ ਕਾਲੀ ਨਾਗ ਨੂੰ ਨੱਥਿਆ। ਫਿਰ ਦੋ ਸਾਸਨ ਦੀ ਸਭਾ ਵਿੱਚ ਦ੍ਰੋਪਦੀ ਦੀ ਪੈਜ ਰੱਖੀ। ਦੋ ਸਾਸਨ ਦੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਅਲੇ ਇਹ ਕ੍ਰਿਸ਼ਨ ਬਾਬਤ ਬਚਨ ਹਨ। ਅਤੇ ਰਾਜੇ ਕੰਸ਼ ਦੀ ਕੁਬੀ ਮਾਲਣੀ ਦੇ ਪੈਰ 'ਤੇ ਆਪਣਾ ਅੰਗੂਠਾ ਰੱਖ ਕੇ ਉੱਪਰੋਂ ਮੋਢਿਆਂ ਤੋਂ ਫੜ ਕੇ ਉਹਨੂੰ ਤਾਂ ਖਿੱਚ ਕੇ ਉਹਦੇ ਕੁੱਬ ਨੂੰ ਦੂਰ ਕੀਤਾ। ਇਹ ਦਿਆਦਕ ਅਨੇਕਾਂ ਕੌਤਕ ਕੀਤੇ ਹਨ। ਜਦ ਵਿਸ਼ਨੂੰ ਭਗਵਾਨ ਜੀ ਚੰਦਰਮਾ ਦੀ ਖੋਜ ਕ੍ਰਿਸ਼ਨ ਰੂਪ ਹੋ ਕੇ ਪ੍ਰਗਟ ਹੋਏ ਤਾਂ ਚੰਦਰਮਾ ਨੇ ਆ ਕੇ ਬੇਨਤੀ ਕੀਤੀ ਕਿ ਭਗਵਾਨ ਜੀ ਹੁਣ ਤਾਂ ਤੁਸੀਂ ਮੇਰਾ ਕਲੰਕ ਦੂਰ ਕਰੋ ਕਿਉਂਕਿ ਹੁਣ ਤੁਸੀਂ ਮੇਰੀ ਕੁਲ ਦੇ ਵਿੱਚ ਆਏ ਹੋ। ਤਾਂ ਭਗਵਾਨ ਨੇ ਕਿਹਾ ਕਿ ਹੇ ਚੰਦਰਮਾ ਮੇਰੇ ਹੱਥ ਜੋੜੇ ਰੱਬ ਅੱਗੇ ਮੇਰਾ ਵੀ ਕੋਈ ਜ਼ੋਰ ਨਹੀਂ ਹੈ। ਸੰਤਾਂ ਭਗਤਾਂ ਦੇ ਸ਼ਰਾਬ ਅੱਗੇ ਮੈਂ ਵੀ ਬੇਵੱਸ ਹਾਂ। ਜੋ ਤੇਰੀ ਪ੍ਰਾਰਬਧ 'ਚ ਕਰਮ ਆ ਚੁੱਕਾ ਹੈ ਉਹਨੂੰ ਮੈਂ ਵੀ ਦੂਰ ਨਹੀਂ ਕਰ ਸਕਦਾ। ਦੂਰ ਕਰ ਸਕਦੇ ਹੋਣਗੇ ਕਰ ਸਕਦੇ ਨੇ ਭਗਵਾਨ ਦੇ ਹੱਥ 'ਚ ਕੀ ਨਹੀਂਗਾ ਪਰ ਉਹ ਸੰਤਾਂ ਦਾ ਕਿਹਾ ਕਿਸੇ ਵੀ ਕੀਮਤ 'ਤੇ ਨਹੀਂ ਮੋੜਦੇ ਆਪਣਾ ਵਚਨ ਵਾਪਸ ਲੈ ਲੈਂਦੇ ਨੇ। ਉਹ ਤੈਨੂੰ ਕਹਿੰਦੇ ਭੋਗਣਾ ਪਏਗਾ ਕਿਉਂਕਿ ਤੇਰਾ ਕੋਈ ਤੀਬਰ ਕਰਮ ਐਸਾ ਕੀਤਾ ਜਿਹਨੂੰ ਕੋਈ ਦੂਰ ਨਹੀਂ ਕਰ ਸਕਦਾ। ਧੂਰੀ ਹੈ ਇਸਤਰੀਏ ਉਸ ਚੰਦਰਮਾ ਨੂੰ ਪਰਾਏ ਘਰ ਦੀ ਇਸਤਰੀ ਗੌਤਮ ਦੀ ਘਰ ਵਾਲੀ ਅਹਲਿਆ ਤੇ ਉਹਦੇ ਧਰਮ ਤੋੜਨ ਦੇ ਵਿੱਚ ਇਹਨੇ ਇੰਦਰ ਦੀ ਸਹਾਇਤਾ ਕੀਤੀ ਸੀਗੀ। ਕੁੱਕੜ ਬਣ ਕੇ ਮੰਗ ਦਿੱਤੀ। ਗੁਰੂ ਦੀ ਪਤਨੀ ਨੂੰ ਵਿਸ਼ੇ ਦ੍ਰਿਸ਼ਟੀ ਨਾਲ ਵੇਖਣ ਰੂਪ ਮੰਦ ਕਰਮ ਕਰਕੇ ਚੰਦਰਮਾ ਦਾ ਕਲੰਕ ਬਦਨਾਮੀ ਦਾ ਟਿੱਕਾ ਬਹੁਤ ਸਾਰੇ ਯਤਨ ਕਰਨ ਤੋਂ ਬਾਅਦ ਵੀ ਮਫੀਟਸ ਅਮੇਟ ਹੀ ਰਿਹਾ। ਲੋਕ ਕਹਿੰਦੇ ਨਾ ਬੁੱਧ ਕੰਮ ਸੁੱਧ
ਇਹ ਬੁੱਧ ਕੋਈ ਸੁੱਧ ਸਦ ਕੰਮ ਨਹੀਂ ਕਰਦਾ। ਅਗੇ ਸ਼ਨੀਵਾਰ ਆਹ ਕੰਮ ਨਾ ਕਰੋ, ਉਹ ਨਾ ਕਰੋ, ਸੋਮਵਾਰ ਕੇਸੀ ਨਾ ਨਹਾਓ ਜੀ, ਮੰਗਲਵਾਰ ਜਾਂ ਵੀਰਵਾਰ ਕੱਪੜੇ ਨਾ ਧੋਵੋ ਜੀ, ਤੇ ਬੁੱਧ ਕੰਮ ਸੁੱਧ। ਜੇ ਤੁਸੀਂ ਪੁੱਛੋ ਵੀ ਬੁੱਧ ਕਹਿੰਦੇ ਕਿਹਨੂੰ ਨੇ, ਮੈਂ ਦੱਸ ਨਹੀਂ ਸਕਦਾ। ਇਹ ਚੰਦਰਮਾ ਬਾਬਤ ਹੀ ਜੁੜਿਆ ਹੋਇਆ ਵੀ ਚੰਦਰਮਾ ਨੂੰ ਕਿਉਂ ਕਲੰਕ ਲੱਗਾ। ਇਹਨੇ ਆਪਣੇ ਗੁਰੂ ਦੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਕੀਤੇ, ਉਹਦੇ ਤੋਂ ਬੁੱਧ ਨਾਮੇ ਪੁੱਤਰ ਪੈਦਾ ਹੋਇਆ ਤੇ ਕਰਮਾਂ ਦਾ ਹੀ ਭੋਗਿਆ ਹੈ, ਤਾਂ ਹੀ ਉਹਦਾ ਕਲੰਕ ਲੱਗਾ ਹੋਇਆ। ਗੌਤਮ ਨੇ ਕਹਿੰਦੇ ਕਸ਼ਹਿਰਾ ਮਾਰਿਆ ਸੀ, ਮਤਲਬ ਲੰਗੋਟਾ ਜਿਹੜਾ ਗਿੱਲਾ ਲੈ ਕੇ ਆਇਆ ਸੀ ਉਹ ਵਗਾਤਾ ਮਾਰਿਆ ਕੁੱਕੜ ਦੇ ਵੀ ਬੇੜਾ ਗਰਕ ਤੇਰਾ, ਤੂੰ ਰਿਖੀਆਂ ਦਾ ਘਰ ਵੀ ਨਹੀਂ ਛੱਡਿਆ ਹੋਇਆ, ਕਿਹਦੀ ਮਦਦ ਕਰ ਰਿਹਾ? ਚੋਰ ਦੀ ਮਦਦ ਕਰਨ ਵਾਲਾ ਚੋਰ ਹੁੰਦਾ, ਕੁਰੈਤੀਏ ਦੀ ਮਦਦ ਕਰਨ ਵਾਲਾ ਕੌਣ ਹੁੰਦਾ? ਤੂੰ ਰਿਖੀਆਂ ਦਾ ਘਰ ਤਾਂ ਛੱਡਤਾ, ਉਹੀ ਦਾਗ ਲੱਗਾ। ਤੋ ਬੁੱਧ ਨਾਮੇ ਪੁੱਤਰ ਗੁਰੂ ਘਰ ਵਿੱਚ ਪੈਦਾ ਕੀਤਾ, ਮੰਦ ਦ੍ਰਿਸ਼ਟੀ ਤੇ ਮਾੜੇ ਕਰਮਾਂ ਦੀ ਨਿਸ਼ਾਨੀ ਆ। ਇਹ ਸੁੱਧ ਕਾਹਦਾ ਹੋਇਆ? ਬੁੱਧ ਮਾਫ ਕਰਨਾ। ਇਹ ਕੁਝ ਆਮ ਗ੍ਰੰਥਾਂ ਦੇ ਵਿੱਚ ਲਿਖਿਆ ਪੜ੍ਹੀਦਾ, ਅਤੇ ਹੁਣ ਇਹ ਭਾਵ ਸਪਸ਼ਟ ਕਰਨ ਲਈ ਗੱਲਾਂ ਸਾਂਝੀਆਂ ਕਰਨੀਆਂ ਪੈ ਰਹੀਆਂ ਨੇ। ਇਹ ਸਾਰੀ ਵਿਚਾਰ ਜਦ ਹੋਈ ਤਾਂ ਸੁਣ ਕੇ ਭਗਤਨੀ ਜੀ ਭਗਤ ਲੋਚਨ ਨੂੰ ਕਹਿਣ ਲੱਗੀ ਵੀ ਹੇ ਸਵਾਮੀ, ਚੰਦਰਮਾ ਨੇ ਇਹੋ ਜਿਹਾ ਕਿਹੜਾ ਮੰਦ ਕਰਮ ਕੀਤਾ ਜੋ ਇੰਨੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਨਹੀਂ ਮਿਟ ਸਕਿਆ? ਤਾਂ ਭਗਤ ਜੀ ਨੇ ਸਾਰਾ ਕੁਛ ਉਹਨੂੰ ਸਮਝਾਇਆ। ਮੇਰਾ ਨਿਯਤ ਕੀਤਾ ਸਮਾਂ ਬਿਲਕੁਲ ਇੱਥੇ ਸਮਾਪਤ ਹੋ ਚੁੱਕਾ ਹੈ। ਸੰਗਤਾਂ ਨੇ ਆਪੋ ਆਪਣੇ ਕਾਰੋਬਾਰਾਂ 'ਤੇ ਵੀ ਜਾਣਾ, ਤੇ ਇੱਥੇ ਹੀ ਸਮਾਪਤੀ ਕਰਦੀਆਂ ਜੀ। ਦਾਸ ਨੂੰ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਇੱਥੇ ਕਥਾ ਨੂੰ ਵਿਸ਼ਰਾਮ ਦਿੰਦੇ ਆ, ਕਿਉਂਕਿ ਬਾਣੀ ਅਗਾਧ ਬੋਲਦਾ, ਸ਼ਬਦ ਲਮੇਰਾ ਹੈ, ਬਾਕੀ ਦਾ ਪਾਠ ਸਰਵਣ ਕਰੋ। ਅਤੇ ਨਾਲੇ ਕਠਨ ਪਾਠ ਹੈ, ਕਠਨ ਉਚਾਰਨ ਹੈ। ਸਿੰਘ ਟਕਸਾਲ ਦਾ ਜੋਗੀਵਾਲ ਦਾ ਪੜ੍ਹਿਆ ਹੋਇਆ ਗੁਰੂ ਪਿਆਰਾ ਭਾਈ ਤਰਸੇਮ ਸਿੰਘ, ਇਹਦੀ ਰਸਨਾ ਤੋਂ ਸ਼ੁੱਧ ਸ਼ਬਦ ਦਾ ਪਾਠ ਸੁਣੋ। ਜਦ ਟੈਸਟ ਲਈਦਾ ਇਹ ਸ਼ਬਦ ਵਿਸ਼ੇਸ਼ ਕਰਕੇ ਸੁਣੀਦਾ, ਇਹਦੇ ਵਿਸ਼ਰਾਮ ਉਚਾਰਨ ਬੜੇ ਕਠਨ ਨੇ। ਆਓ ਪਿਆਰ ਨਾਲ ਸੁਣੋ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ ਸਤਿਗੁਰੂ ਅਪਾਰ। ਸਤਿਗੁਰ ਤਾ ਤੇ ਮਨ ਵਜੀਆਂ ਵਜੀਆਂ ਪਰਵਾਰ ਬਰੀਆਂ ਸਦ ਹਰੀ ਕੇ ਰਾਮਾਨੁਜ ਨਿਵਾਸ। ਨਾਨਕ ਆਨੰਦ ਹੋ ਗੁਰੂ ਮਾ ਤੂੰ ਸਦਾ ਰਹੋ ਹਰ ਨਾਲੇ। ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਗਲ ਮਰਾ ਸੋ ਕਿਉ
ਸਾਰੇ ਕਹ ਨਾਨਕ ਮੇਰਾ ਨਾਮ ਨਹੀਂ ਤੇਰਾ ਚਾਹ ਸਾਹ